घरों जिस काम वास्ते निकलिया है, सारे मापे उस बच्चे नूं गल लाउंदे ने, प्यार करते ने, सत्कारदे ने, जड़ा मापियां दे कहे अनुसार काम भी कर आवे ते वापस भी परत आवे। पर जे किधरे अजिहा होवे कि वो सज्जे खब्बे सारा घूम फिर आए, पर जड़े काम वास्ते गया वो नहीं कीता, ते सुभावक मापे सिर फड़ के बह जाते ने, पुत वे तेनू जड़े काम घल्लिया सी वो ते तू कीता नहीं। ते वो अगों जवाब देंदा मैं आ भी कर आया, मैं यह भी कर आया। ते मापे बड़े प्यार नाल कहंदे ने पुत्तर इहदी लोड़ ही नहीं सी, तू एनर्जी भी वेस्ट की, टाइम भी लाया, बिल्कुल इन बिन। साध संगत संसारक एजुकेशन दे विचों एक साडी थिंकिंग डिवैलप हुई है। बंदे दी ना घाड़ ते जड़ी साडी सोच नूं, साडे नज़रिए नूं, साडे अंदर जड़े चंगे माड़े ख्याल चलदे ने, इहनूं चार चीज़ां कढदियां ने पूरी दुनिया दे विच जिथे मर्जी वेख लिया जे। पहला, जिन्हां मापियां दे घर असीं जन्म लिया है, साडे उत्ते पहला इंप्रैशन, साडे पहले मास्टर, साडे पहले टीचर साडे मापे ने। दूजा समाज है, गली मुहल्ला है, जिथों सानू लफज सीखण नूं मिले, सानू बचपन गुजारन नूं मिलिया। वो असीं मन्नीए ना मन्नीए, चाहिए ना चाहिए, किन्ने किन्ने साल सानू विदेशां विच बैठियां नूं हो गए, पर रात नूं सौण वेले अजे भी सुपने उन्हां गलियां दे, उन्हां मुहल्लियां दे आउंदे ने, क्योंकि साडे बचपन दा चेता उहदे नाल जुड़िया होया है, साडीआं यादां उहदे नाल जुड़ियां होईयां ने। तीजा, साडी मानसिकता नूं डिवैलप करदी है एजुकेशन, पढ़ाई जिन्हों आपां कहने आ, वो स्कूल लैवल दी होवे, यूनिवर्सिटी पद्धर दी होवे। ते जिथे ये तीन चीज़ां हरेक मनुख की घाड़त विच हिस्सा पाउंदियां ने, अज चौथा ते अहम थां बन आया प्रिंट ते इलैक्ट्रॉनिक मीडिया का। ਉਹਦਾ ਇੰਨਾ ਵਰਤਾਰਾ ਹੈ, ਇੰਨਾ ਪਸਾਰਾ ਹੈ ਵੀ ਮਨੁੱਖ ਚਾਹ ਕੇ ਨਾ ਚਾਹ ਕੇ ਵੀ ਉਹਦੇ ਇਨਫਲੂਐਂਸ ਦੇ ਵਿੱਚ, ਉਹਦੇ ਪ੍ਰਭਾਵ ਦੇ ਵਿੱਚ ਆ ਜਾਂਦਾ ਹੈ। ਜਦੋਂ ਸਾਡੀ ਘਾੜਤ ਇਹਨਾਂ ਚਾਰਾਂ ਚੀਜ਼ਾਂ ਨੇ ਘੜੀ ਤੇ ਸੁਭਾਵਕ ਸਾਡੇ ਮਨ ਨੇ ਉਹਨਾਂ ਦੇ ਪ੍ਰਭਾਵ ਨੂੰ ਵੀ ਕਬੂਲਿਆ। ਜਦੋਂ ਪ੍ਰਭਾਵ ਨੂੰ ਕਬੂਲਿਆ ਤੇ ਫਿਰ ਕੋਈ ਨਾ ਕੋਈ ਨਜ਼ਰੀਆ, ਕੋਈ ਨਾ ਕੋਈ ਸੋਚ ਸਾਡੀ ਡਿਵੈਲਪ ਹੋਈ। ਉਸੇ ਸੋਚ ਦੇ ਵਿੱਚੋਂ ਹੀ ਇਹ ਸਾਰਾ ਕੁਝ ਪਣਪਿਆ ਕਿ ਬੰਦਾ ਕਾਰੋਬਾਰ ਕਰੇ, ਬੰਦਾ ਪੈਸੇ ਕਮਾਏ, ਪੈਸੇ ਜੋੜੇ, ਇੱਕ ਘਰ ਖਰੀਦੇ, ਦੋ ਘਰ ਖਰੀਦੇ। ਇਹ ਸਾਰਾ ਉਸੇ ਵਰਤਾਰੇ ਦਾ ਹਿੱਸਾ ਹੈ। ਇਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਈ ਟਾਵਾਂ ਹੈ ਜਿਹੜਾ ਇਸ ਪੱਧਰ ਤੋਂ ਤ੍ਰਿਪਤ ਹੋ ਗਿਆ, ਰੱਜ ਗਿਆ ਹੈ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਸੀ ਆਪਣਾ ਨਜ਼ਰੀਆ, ਆਪਣੀ ਸੋਚ, ਜਾਂ ਇਹਨੂੰ ਕਹਿ ਲਈਏ ਸਮਾਜ ਦਾ ਦਿੱਤਾ ਹੋਇਆ ਨਜ਼ਰੀਆ। ਹੁਣ ਇੱਕ ਨਜ਼ਰੀਆ ਜਿਹੜਾ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਤੇ ਗੁਰੂ ਸਾਹਿਬਾਨ ਸਾਨੂੰ ਦੇ ਰਹੇ ਨੇ, ਤੇ ਜਿੰਨੇ ਤੁਸੀਂ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਮੈਨੂੰ ਵਿਸ਼ਵਾਸ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਹ ਬਚਨ ਚੇਤੇ ਹੋਣਗੇ। ਰਹਿਰਾਸ ਸਾਹਿਬ ਦੇ ਵਿੱਚ ਰੋਜ਼ ਆਪਾਂ ਦੁਹਰਾਉਂਦੇ ਹਾਂ, ਤੇ ਮੇਰੇ ਹਜ਼ੂਰ ਇਹ ਬਚਨ ਕਿਰਪਾ ਕਰਦੇ ਨੇ, ਭਾਈ ਸਿੱਖਾ तेरे वास्ते एक डेस्टिनेशन मैं मुकर्रर किया है, जे तू उत्थे पहुँच जाए उस मंजिल दे उत्ते, फिर तू सज्जे खब्बे जो भी करदा रहा तेरा वो प्रवान है। पर जे तू जिंदगी जिउंदियां उत्थे ना पुज्जा ते सिर्फ सज्जे खब्बे ही वेखदा रहा, खेडदा रहा, ते फिर यकीन करी तेरा वो समा बतीत कीता होया उन्होंने मनमुखां वाला जीवन कहा जाएगा, ਉਹਨੂੰ ਦੂਜੇ ਭਾਅ ਦੇ ਵਿੱਚ ਜੀਵਨ ਬਤੀਤ ਕਰਨ ਵਾਲਾ ਕਿਹਾ ਜਾਏਗਾ। ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਬੋਲ ਕਿਰਪਾ ਕੀਤੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਜੀਵਨ ਦਾ ਡੈਸਟੀਨੇਸ਼ਨ ਕੀ ਹੈ? ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ।
ਗੋਬਿੰਦ ਦੇ ਮਿਲਾਪ ਦਾ ਹੀ ਸਵਾਬ ਹੈ ਕਿ ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਬੰਧਨਾਂ ਤੋਂ ਮੁਕਤ ਕਰ ਲੈਂਦੇ ਨੇ। ਸਾਧ ਸੰਗਤ, ਗੁਰਮੁਖ ਵੀ ਦੁਨੀਆ ਵਿੱਚ ਰਹਿੰਦਾ, ਮਨਮੁਖ ਵੀ ਸੰਸਾਰ ਦੇ ਵਿੱਚ ਵਿਚਰਦਾ ਹੈ। ਦੋਵਾਂ ਦੇ ਸੱਜਣ ਮਿੱਤਰ ਹੁੰਦੇ ਨੇ, ਦੋਵਾਂ ਦੇ ਸਾਖ ਸੰਬੰਧੀ ਹੁੰਦੇ ਨੇ, ਦੋਵੇਂ ਸੰਸਾਰ ਦੇ ਵਿੱਚ ਹਰ ਵਿਹਾਰ ਨੂੰ ਅੰਜਾਮ ਦਿੰਦੇ ਨੇ, ਪਰ ਬੜਾ ਵੱਡਾ ਫਰਕ ਹੈ। ਤੁਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋ। ਮਹਾਰਾਜ ਨੂੰ ਕਿਹਾ ਗਿਆ ਜਨੇਊ ਪਾਣਾ ਹੈ, ਹਜ਼ੂਰ ਕਹਿਣ ਲੱਗੇ ਕੋਈ ਨਾ ਹੀ ਨਹੀਂ, ਜ਼ਰੂਰ ਪਾਵਾਂਗੇ। ਮਹਾਰਾਜ ਨੂੰ ਕਿਹਾ ਗਿਆ ਕਿ ਡੰਗਰ ਚਰਾ ਕੇ ਲਿਆਉਣੇ ਨੇ, ਬਿਲਕੁਲ ਜ਼ਰੂਰ ਚਰਾਵਾਂਗੇ, ਕੋਈ ਨਾ ਨਹੀਂ। ਮਹਾਰਾਜ ਨੂੰ ਪਿਤਾ ਨੇ ਹੁਕਮ ਕੀਤਾ ਕਿ ਹਰ ਮਾਪੇ ਚਾਹੁੰਦੇ ਨੇ ਕਿ ਬੱਚਾ ਕਾਰੋਬਾਰੀ ਬਣੇ, ਮੈਂ ਵੀ ਚਾਹੁੰਦਾ ਤੁਸੀਂ ਕਾਰੋਬਾਰੀ ਬਣੋ। ਸੱਚਾ ਸੌਦਾ ਕਰਨ ਵਾਸਤੇ ਗਏ, ਮੁਨਾਫੇ ਵਾਲਾ ਸੌਦਾ ਕਰਨ ਵਾਸਤੇ ਗਏ, ਪਰ ਜਿਹੜਾ ਭਗਤ ਹੈ ਉਸ ਦਾ ਦ੍ਰਿਸ਼ਟੀਕੋਣ ਆਪਣਾ ਹੈ, ਉਸ ਦਾ ਨਜ਼ਰੀਆ ਆਪਣਾ ਹੈ। ਉਹਨੂੰ ਸੰਸਾਰ ਦਾ ਸਿਸਟਮ ਪ੍ਰਭਾਵਿਤ ਨਹੀਂ ਕਰ ਸਕਦਾ। ਇੱਕ ਸ਼ਬਦ ਹੋਰ ਧਿਆਨ ਵਿੱਚ ਰੱਖੀਏ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਹਜ਼ੂਰ ਕਹਿਣ ਲੱਗੇ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਤੇਰੇ ਜੀਵਨ ਦਾ ਹਿੱਸਾ ਇਹ ਦੋ ਕਰਮ ਬਣ ਜਾਣਗੇ ਤੇ ਫਿਰ ਭਾਈ ਤੂੰ ਦੂਜੇ ਭਾਅ ਤੋਂ ਦੂਜੇ ਭਾਅ ਦੇ ਜਿਹੜੇ ਅਖਰੀ ਅਰਥ ਵਿਦਵਾਨ ਸੱਜਣਾ ਨੇ ਕੀਤੇ ਨੇ, ਉਹ ਕੀਤੇ ਨੇ ਜਿਹੜਾ ਮਾਇਆ ਦੇ ਪ੍ਰਭਾਵ ਥੱਲੇ ਜੀਵਨ ਬਤੀਤ ਕਰਦਾ ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮੇਹਰਾਂ ਦੇ ਸਾਈਂ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਕਿਰਪਾ ਬਖਸ਼ਿਸ਼ ਕਰਦੇ ਨੇ। ਲੇਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸਾਧ ਸੰਗਤ, ਇੱਥੇ ਨੁਕਤਾ ਜਿਹੜਾ ਸਮਝਣ ਵਾਲਾ ਹੈ ਉਹ ਸਿਰਫ ਇੰਨਾ ਹੈ ਵੀ ਟੁੱਟਿਆ ਹੋਇਆ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਪਹਿਲਾਂ ਜੁੜਿਆ ਹੋਵੇ। ਜੇ ਜੁੜਿਆ ਹੋਇਆ ਨਹੀਂ ਹੈ ਤੇ ਉਹਨੂੰ ਟੁੱਟਿਆ ਹੋਇਆ ਵੀ ਨਹੀਂ ਕਿਹਾ ਜਾ ਸਕਦਾ। ਜਦੋਂ ਧੁਰ ਕੀ ਬਾਣੀ ਇਹ ਬਚਨ ਕਿਰਪਾ ਕਰਦੀ ਹੈ ਲੇਵ ਛੁੜਕੀ, ਭਾਵ ਬੜਾ ਸਪਸ਼ਟ ਹੈ ਕਿ ਪਹਿਲਾਂ ਲੇਵ ਜੁੜੀ ਹੋਈ ਸੀ, ਲੱਗੀ ਹੋਈ ਸੀ। ਸਾਧ ਸੰਗਤ, ਇੱਕ ਹੋਰ ਬਰੀਕ ਜਿਹਾ ਖਿਆਲ ਮੈਂ ਆਪ ਜੀ ਦੇ ਸਨਮੁਖ ਰੱਖਣਾ ਚਾਹੁੰਦਾ। ਉਸ ਜੁੜੀ ਹੋਈ ਲੇਵ ਨੂੰ ਜਦੋਂ ਕੋਈ ਦੰਪਤੀ ਜੋੜਾ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਸਮਝ ਕੇ ਕਿ ਇਹ ਫੀਮੇਲ ਹੈ, ਇਹ ਬੱਚੀ ਹੈ, ਮੌਤ ਦੇ ਘਾਟ ਉਤਾਰ ਦਿੰਦੇ ਨੇ। ਤੁਹਾਡੀ ਮੇਰੀ ਅਰਦਾਸ ਸੁਣੀ ਜਾਏ ਨਾ ਸੁਣੀ ਜਾਏ, ਲੇਵ ਲੱਗੇ ਨਾ ਲੱਗੇ, ਪਰ ਮੈਨੂੰ ਦੱਸੋ ਜਿਹਦੀ ਲੇਵ ਗੁਰਬਾਣੀ ਕਹਿ ਰਹੀ ਹੈ ਲੱਗੀ ਹੋਈ ਹੈ। ਇੱਕ ਪ੍ਰਮਾਣ ਹੋਰ ਪੜ੍ਹਦੇ ਚੱਲੀਏ ਆਪਾਂ। ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਸੰਸਾਰ ਦੇ ਸਨਮੁਖ ਇਹ ਬਚਨ ਕਿਰਪਾ ਕੀਤੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ। ਮੇਰੇ ਹਜ਼ੂਰ ਨੇ ਕਿਰਪਾ ਬਖਸ਼ਿਸ਼ ਕੀਤੀ, ਕਹਿਣ ਲੱਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਦੂਜੇ ਭਾਏ ਜਿਹੜਾ ਸਾਡਾ ਅੱਜ ਦਾ ਸ਼ਬਦ ਹੈ, ਬਿਲਾਵਲ ਨਾ ਹੋਵਈ। ਦੂਜੇ ਭਾ ਦੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਆਸਾ ਦੀ ਵਾਰ ਦੇ ਵਿੱਚ ਇਹ ਬਚਨ ਸਪਸ਼ਟ ਰੂਪ ਦੇ ਵਿੱਚ ਸਾਡੇ ਸਨਮੁਖ ਰੱਖਦੇ ਨੇ। ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਵਣਜ਼ਾਰਿਆ। ਇਹ ਹਕੀਕਤ ਹੈ
ਜੇ ਬੱਚਾ ਸਕੂਲ ਦੇ ਵਿੱਚ ਪੜ੍ਹਾਈ ਕਰਨ ਗਿਆ ਹੈ ਤੇ ਉਸ ਦੇ ਨਾਲ ਪੜ੍ਹਾਈ ਕਰਦਿਆਂ ਹੋਇਆਂ ਕੋਈ ਵੀ ਕਰਮ ਕਮਾਉਂਦਾ ਹੈ, ਮਾਪਿਆਂ ਨੂੰ ਪ੍ਰਵਾਨ ਹੈ। ਪਰ ਜੇ ਕਿੰਨੇ ਸਾਰੇ ਸਾਲ ਇੱਕੋ ਜਮਾਤ ਦੇ ਵਿੱਚ ਹੀ ਬੱਚਾ ਲਾ ਦੇ ਤੇ ਸੁਭਾਵਕ ਮਾਪੇ ਸਵਾਲ ਕਰਨਗੇ, ਤੂੰ ਉੱਥੇ ਕਰਨ ਕੀ ਜਾਂਦਾ ਹੈ। ਹੁਣ ਬੱਚਾ ਉਹਦੇ ਬਦਲੇ ਜਿੰਨੇ ਮਰਜ਼ੀ ਜਵਾਬ ਦਿੰਦਾ ਫਿਰੇ, ਪਰ ਮਾਪਿਆਂ ਦਾ ਇੱਕੋ ਕਹਿਣਾ ਹੋਵੇਗਾ, ਤੇਰਾ ਕਰਮ ਪੜ੍ਹਾਈ ਕਰਨਾ ਸੀ, ਤੈਨੂੰ ਭੇਜਿਆ ਪੜ੍ਹਾਈ ਕਰਨ ਸੀ। ਗੁਰੂ ਰੂਪ ਸਾਧ ਸੰਗਤ, ਬੰਦਾ ਇਸ ਸੰਸਾਰ ਵਿੱਚ ਆਇਆ ਹੀ ਰੱਬ ਦੀ ਬੰਦਗੀ ਕਰਨ ਹੈ, ਪਰਮੇਸ਼ਰ ਦੀ ਇਬਾਦਤ ਕਰਨ ਹੈ। ਇਹ ਮਨੁੱਖਾ ਜੀਵਨ ਦਾ ਪ੍ਰਯੋਜਨ। ਬਾਕੀ ਨਾਲ ਆਪਾਂ ਜੋ ਕੁਝ ਵੀ ਕਰਦੇ ਹਾਂ, ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਇਬਾਦਤ ਕਰ ਲਈ ਉਹਨਾਂ ਦਾ ਬਾਕੀ ਸਾਰੇ ਦਾ ਸਾਰਾ ਕੁਝ ਪ੍ਰਵਾਨ ਹੈ, ਪਰ ਜਿਨ੍ਹਾਂ ਨੇ ਇਬਾਦਤ ਨਾ ਕੀਤੀ, ਤਿਨ ਕਾ ਖਾਦਾ ਪਹਿਨਦਾ ਮਾਇਆ ਸਭ ਪਵਿੱਤ ਹੈ। ਜੋ ਨਾਮ ਹਰ ਰਾਤੇ ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਜਿਨੀ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਜਿੰਨੀਆਂ ਚੀਜ਼ਾਂ ਵੀ ਉਹਨਾਂ ਦੇ ਸਪਰਸ਼ ਵਿੱਚ ਆਈਆਂ, ਕਿਉਂਕਿ ਉਹ ਆਪਣੇ ਰਾਹ ਦੇ ਪਾਂਦੀ ਨੇ। ਇੱਥੋਂ ਦੀ ਬੋਲੀ ਵਿੱਚ ਵੀ ਇਹ ਗੱਲ ਅਕਸਰ ਕਹੀ ਜਾਂਦੀ ਹੈ ਵੀ ਆਪਣੇ ਕੰਮ ਦੇ ਨਾਲ ਮਤਲਬ ਰੱਖੋ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਇਸ ਸੰਸਾਰ ਨੂੰ ਜਿਹੜਾ ਰਾਹ ਵਿਖਾਇਆ ਹੈ ਨਾ, ਜਦੋਂ ਸਾਡਾ ਧਿਆਨ ਉਸ ਡੈਸਟੀਨੇਸ਼ਨ ਵੱਲ ਹੋਵੇਗਾ, ਉਸ ਮੰਜ਼ਿਲ ਵੱਲ ਹੋਵੇਗਾ, ਤੇ ਗੁਰੂ ਰੂਪ ਸਾਧ ਸੰਗਤ, ਜਿਹੜਾ ਵੀ ਮਨੁੱਖ ਇਕਾਗਰ ਚਿੱਤ ਹੋ ਕੇ ਕਿਸੇ ਕੰਮ ਵਿੱਚ ਲੱਗਾ, ਫਿਰ ਉਹਨੂੰ ਫਰਕ ਨਹੀਂ ਪੈਂਦਾ ਸੱਜੇ ਖੱਬੇ ਕੀ ਕੁਝ ਵਾਪਰ ਰਿਹਾ ਹੈ। ਈਵਨ ਉਹ ਧਿਆਨ ਵੀ ਨਹੀਂ ਕਰਦਾ। ਉਹਨੂੰ ਕਈ ਪੁੱਛਦੇ ਨੇ ਕਿ ਤੂੰ ਇਸ ਪਾਸਿਓਂ ਆਇਆ, ਤੈਨੂੰ ਫਲਾਂ ਬੰਦਾ ਮਿਲਿਆ ਸੀ, ਤੇ ਅਸੀਂ ਸੁਭਾਵਕ ਜਵਾਬ ਦਿੰਦੇ ਹਾਂ, ਨਹੀਂ ਮੈਂ ਧਿਆਨ ਨਹੀਂ ਕੀਤਾ। ਭਾਵ ਕਿ ਉਸ ਦਾ ਧਿਆਨ ਆਪਣੀ ਮੰਜ਼ਿਲ ਵੱਲ ਹੈ, ਆਪਣੇ ਨਿਸ਼ਾਨੇ ਵੱਲ ਹੈ। ਤੇ ਤਿੰਨ ਚੀਜ਼ਾਂ ਗੁਰੂ ਰੂਪ ਸਾਧ ਸੰਗਤ, ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਸਾਡੇ ਧਿਆਨ ਦੇ ਵਿੱਚ ਟਿਕਾਉਣੀਆਂ ਕੀਤੀਆਂ ਨੇ। ਉਹ ਤਿੰਨ ਚੀਜ਼ਾਂ ਕਿਹੜੀਆਂ ਨੇ? ਕਹਿਣ ਲੱਗੇ, ਭਾਈ ਸੱਜਣਾ, ਇੱਕ ਗੱਲ ਚੇਤੇ ਰੱਖੀ, ਜਿਸ ਪੜਾਅ ਦੇ ਉੱਤੇ ਤੂੰ ਆਪਣੀ ਜ਼ਿੰਦਗੀ ਵਿੱਚ ਪੁੱਜਣਾ ਹੈ, ਉਹਦੇ ਲਈ ਤੈਨੂੰ ਇੱਕ ਸਾਧਨ ਦੀ ਲੋੜ ਹੈ, ਤੇ ਉਹ ਸਾਧਨ ਹੈ ਪਰਮ ਪਿਤਾ ਪਰਮੇਸ਼ਰ ਦੀ ਅਭੇਦਤਾ ਹਾਸਲ ਕਰਨ ਦੇ ਲਈ ਇਹ ਸਰੀਰ ਜਿਹੜਾ ਮੇਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦਿੱਤਾ। ਜੇ ਸਾਧਨ ਚੰਗਾ ਹੋਏਗਾ, ਨਰੋਇਆ ਹੋਏਗਾ, ਸਵਸਥ ਹੋਏਗਾ, ਤੇ ਟੁਰਨਾ ਵੀ ਸੌਖਾ ਰਹੇਗਾ, ਥਕਾਵਟ ਵੀ ਘੱਟ ਹੋਏਗੀ, ਤੇ ਪੈਂਡਾ ਸੌਖਾ ਗੁਜ਼ਰਦਾ ਜਾਏਗਾ। ਜੇ ਸਾਧਨ ਹੀ ਨਰੋਇਆ ਨਹੀਂ ਹੈ, ਤੇ ਆਪਾਂ ਏਅਰਪੋਰਟ ਤੇ ਜਾਣਾ ਹੋਵੇ, ਗੱਡੀ ਨਾ ਠੀਕ ਹੋਵੇ, ਤੇ ਤੁਸੀਂ ਆਪ ਸਿਆਣੇ ਹੋ ਮਨੁੱਖ ਦੀ ਕੀ ਹਾਲਤ ਬਣ ਆਉਂਦੀ ਹੈ। ਫੇਰ ਸਿਆਣਾ ਬੰਦਾ ਇਸ ਗੱਲ ਦਾ ਵੀ ਧਿਆਨ ਰੱਖਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਐਮਰਜੈਂਸੀ ਕਿਸੇ ਚੀਜ਼ ਦੀ ਲੋੜ ਪੈ ਜਾਏ। ਦੂਜੀ ਬੇਨਤੀ, ਜਿੱਥੇ ਇਹ ਸਰੀਰ ਸਾਧਨ ਹੈ, ਉੱਥੇ ਸਾਨੂੰ ਕਿਸੇ ਟਿਕਾਣੇ ਤੇ ਪੁੱਜਣ ਵਾਸਤੇ ਡਾਇਰੈਕਸ਼ਨ ਦੀ ਲੋੜ ਹੈ, ਸੇਧ ਦੀ ਲੋੜ ਹੈ। ਤੇ ਉਹ ਡਾਇਰੈਕਸ਼ਨ ਕੌਣ ਦੇ ਰਿਹਾ? ਸਾਡੀ ਸੁਰਤ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ। ਸਾਧ ਸੰਗਤ, ਇਹ ਚੇਤੇ ਰੱਖਿਆ ਜੇ, ਬਾਣੀ ਧੁਰ ਤੋਂ ਆਈ ਹੈ, ਤੇ ਇਹਦੇ ਵਿੱਚ ਸਮਰੱਥਾ ਤਾਕਤ ਹੈ ਸਾਨੂੰ ਧੁਰ ਤੱਕ ਲੈ ਕੇ ਜਾਣ ਦੀ। ਤੇ ਜਿਹੜੇ ਧੁਰ ਤੱਕ ਪਹੁੰਚ ਜਾਂਦੇ ਨੇ, ਜਿਨ੍ਹਾਂ ਦੀ ਸਾਂਝ ਇੱਕਮਿਕ ਨਾਲ ਬਣ ਜਾਂਦੀ ਹੈ, ਅੱਜ ਦੋਵੇਂ ਪੱਖ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਉਜਾਗਰ ਕੀਤੇ ਨੇ। ਮੈਂ ਇਤਿਹਾਸ ਦਾ ਇੱਕ ਪੰਨਾ ਆਪ ਜੀ ਦੇ ਸਨਮੁਖ ਫਰੋਲਦਾ ਜਾਵਾਂ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਗੱਦੀ ਪੁਰਬ ਇਸ ਹਫ਼ਤੇ ਸਮੁੱਚੇ ਸੰਸਾਰ ਨੇ, ਸਮੁੱਚੇ ਸਿੱਖ ਜਗਤ ਨੇ ਮਨਾਉਣਾ ਕੀਤਾ ਹੈ। ਗੁਰੂ ਰੂਪ ਸਾਧ ਸੰਗਤ, ਰਿਸ਼ਤੇ ਵਜੋਂ ਕੁੜਮਾਚਾਰੀ ਹੈ, ਬਰਾਤ ਲੈ ਕੇ ਗਏ ਨੇ, ਮਿਲ ਵਰਤਨ ਹੋਇਆ। ਉਸ ਸਮੇਂ ਤੱਕ ਕਈ ਵਾਰੀ ਨਾ ਸਾਡੇ ਆਂਢ ਗੁਆਂਢ 'ਚ ਵੀ ਕੋਈ ਚੰਗਾ ਬੰਦਾ ਰਹਿੰਦਾ ਹੈ, ਪਰ ਸਾਨੂੰ ਉਸ ਦੀਆਂ ਵਿਸ਼ੇਸ਼ਤਾਈਆਂ ਦਾ ਪਤਾ ਨਹੀਂ ਹੁੰਦਾ, ਜਾਂ
ਅਸੀਂ ਉਹਦੇ ਨਾਲ ਉਵੇਂ ਹੀ ਵਰਤਦੇ ਹਾਂ ਜਿਵੇਂ ਆਮ ਸੰਸਾਰ ਨਾਲ ਸਾਡਾ ਵਿਵਹਾਰ ਹੁੰਦਾ ਹੈ। ਘਰ ਦੇ ਵਿੱਚ ਨੂੰਹ ਰਾਣੀ ਆਈ ਹੈ ਜਿਹਦਾ ਨਾਂ ਹੈ ਬੀਬੀ ਅਮਰੋ। ਨੇਮ ਬਣਿਆ ਹੋਇਆ ਹੈ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਬਾਣੀ ਪੜ੍ਹਨੀ ਹੈ। ਉਸ ਤੋਂ ਪਹਿਲਾਂ ਇੱਕ ਘਟਨਾਕ੍ਰਮ ਹੋਰ ਵਾਪਰਿਆ। ਕੋਈ ਰੱਬ ਦਾ ਪਿਆਰਾ ਘਰ ਆਇਆ। ਬਾਬੇ ਅਮਰਦਾਸ ਨੇ ਬੜੇ ਚਾਵਾਂ ਦੇ ਨਾਲ ਉਹਨੂੰ ਭੋਜਨ ਲੰਗਰ ਛਕਾਇਆ ਤੇ ਉਹ ਜਾਂਦਾ ਹੋਇਆ ਇੰਨੀ ਗੱਲ ਕਹਿ ਗਿਆ, ਤੇਰੇ ਕੋਲ ਸਲੀਕਾ ਬਹੁਤ ਹੈ, ਸੇਵਾ ਭਾਵਨਾ ਬਹੁਤ ਹੈ, ਖਿਦਮਤ ਬਹੁਤ ਚੰਗੇ ਢੰਗ ਨਾਲ ਕਰਦੇ ਹੋ। ਇਹ ਦੱਸੋ ਤੁਹਾਡਾ ਗੁਰੂ ਕੌਣ ਹੈ, ਤੁਹਾਡਾ ਮੁਰਸ਼ਦ ਕੌਣ ਹੈ? ਗੁਰੂ ਰੂਪ ਸਾਧ ਸੰਗਤ, ਇਹਨਾਂ ਅੰਦਰ ਦੀ ਅਵਸਥਾ ਹੁੰਦੀ ਹੈ, ਹਰ ਵੇਲੇ ਇੱਕੋ ਜਿਹੀ ਨਹੀਂ ਰਹਿੰਦੀ। ਕਿਸੇ ਵੇਲੇ ਵੱਡੀਆਂ ਵੱਡੀਆਂ ਗੱਲਾਂ ਵੀ ਸਾਡੇ ਤੇ ਕੋਈ ਅਸਰ ਨਹੀਂ ਕਰਦੀਆਂ ਤੇ ਕਿਸੇ ਵੇਲੇ ਸਹਿ ਸੁਭਾਅ ਹੀ ਕੋਈ ਨਿਕਲੀ ਹੋਈ ਗੱਲ ਹਿਰਦਾ ਵਿੰਨ ਕੇ ਨਿਕਲ ਜਾਂਦੀ ਹੈ। ਸਿਰਫ ਸਾਡੀ ਅੰਦਰ ਦੀ ਵੇਦਨਾ। ਹੁਣ ਉਹ ਬੱਚੀ ਪਾਠ ਕਰਦੀ ਪਈ ਹੈ, ਨੂੰਹ ਰਾਣੀ ਹੈ, ਤੇ ਸ਼ਬਦ ਕਿਹੜਾ? ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਰਨੀ ਕਾਗਜ਼ ਦੇ ਅਖਰੀ ਅਰਥ ਨੇ ਜੋ ਆਪਾਂ ਫਿਜ਼ੀਕਲੀ ਪਲੱਸ ਮੈਂਟਲੀ ਕਰਦੇ ਆ, ਤੁਸੀਂ ਉਹਨੂੰ ਕਾਗਜ਼ ਬਣਾ ਲਓ, ਉਹਨੂੰ ਕਾਗਜ਼ ਸਮਝ ਲਓ। ਤੇ ਮਸਵਾਣੀ ਕਹਿੰਦੇ ਨੇ ਇੰਕ ਨੂੰ, ਸਿਆਹੀ ਨੂੰ। ਕਹਿਣ ਲੱਗੇ ਮਨੁੱਖੀ ਮਨ ਸਿਆਹੀ ਹੈ ਜਿਹੜਾ ਇਸ ਕਾਗਜ਼ ਦੇ ਉੱਤੇ ਲਿਖਦਾ ਹੈ। ਕਰਨੀ ਕਾਗਜ਼ ਦੇ ਉੱਤੇ ਕੀ ਲਿਖਦਾ ਹੈ? ਤੇ ਸਾਡੇ ਜੀਵਨ ਦੀਆਂ ਦੋ ਹੀ ਗੱਲਾਂ ਨੇ, ਬੁਰਾ ਤੇ ਭਲਾ ਦੋਏ ਲੇਖ ਪਏ। ਇੱਕ ਨਾ ਬੰਦੇ ਦਾ ਸੁਭਾਅ ਸੀ, ਉਸ ਦੇ ਪਿਓ ਨੇ ਉਹਨੂੰ ਬਦਲਣ ਵਾਸਤੇ ਨਾ ਬੜੀ ਖੂਬਸੂਰਤ ਸਿੱਖਿਆ ਦਿੱਤੀ, ਬੜੇ ਪਿਆਰ ਨਾਲ ਸਮਝਾਇਆ। ਸੁਭਾਅ ਕੀ ਸੀਗਾ? ਉਹਨੇ ਰੋਜ਼ ਕਿਸੇ ਦਾ ਦਿਲ ਦਿਖਾ ਕੇ ਆਣਾ, ਕਿਸੇ ਨੂੰ ਪਰੇਸ਼ਾਨ ਕਰਕੇ ਆਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕੋਈ ਸ਼ੱਕ ਨਹੀਂ, ਜਿਹੜਾ ਪਾਪ ਹੈ ਉਹ ਬੁਰਾ ਹੈ। ਪਰ ਗੁਰੂ ਰੂਪ ਸਾਧ ਸੰਗਤ, ਇਹ ਵੀ ਅਫਸੋਸ ਨਾਲ ਕਹਿਣਾ ਪੈਂਦਾ ਹੈ, ਕਈਆਂ ਨੂੰ ਬੁਰਾਈ ਦੇ ਵਿੱਚੋਂ ਵੀ ਸਵਾਦ ਆਉਣ ਲੱਗਦਾ, ਟੇਸਟ ਆਉਣ ਲੱਗਦਾ। ਪਾਪ ਬੁਰਾ ਪਾਪੀ ਕੋ ਪਿਆਰਾ, ਉਹਨੂੰ ਪਾਪੀ ਨੂੰ ਚੰਗਾ ਲੱਗਦਾ ਪਾਪ ਕਰਨਾ। ਔਰੰਗਜ਼ੇਬ ਜਦੋਂ ਕਿਸੇ ਨੂੰ ਤਸੀਹੇ ਦਿੰਦਾ ਸੀ ਤੇ ਉਹ ਆਪਣੇ ਮਨ 'ਚ ਚੰਗਾ ਮਹਿਸੂਸ ਕਰਦਾ ਸੀ। ਅਦਰਵਾਈਜ਼ ਐਵੇਂ ਨਹੀਂ। ਉਹਨੇ ਪਿਓ ਨੂੰ ਲੰਬਾ ਸਮਾਂ ਜੇਲ੍ਹ ਵਿੱਚ ਡੱਕ ਕੇ ਰੱਖਿਆ, ਭਰਾਵਾਂ ਨੂੰ ਮੌਤ ਦੇ ਘਾਟ ਉਤਾਰਿਆ। ਜੀਵਨ ਦਾ ਸਭ ਤੋਂ ਮਾੜਾ ਸੁਭਾਅ ਵੀ ਇਹ ਆ, ਕਿਸੇ ਦੇ ਦੁੱਖ ਵਿੱਚੋਂ ਸਾਨੂੰ ਰਸ ਆਉਣ ਲੱਗ ਜਾਏ। ਹਾਂ, ਇਨਸਾਨ ਹੋਣ ਦੀ ਨਿਸ਼ਾਨੀ ਹੈ ਕਿਸੇ ਨੂੰ ਮੁਸੀਬਤ ਵਿੱਚ, ਦੁੱਖ ਵਿੱਚ ਵੇਖ ਕੇ ਤੁਹਾਡੇ ਅੰਦਰ ਵੀ ਅਹਿਸਾਸ ਹੋਵੇ ਵੀ ਮਹਾਰਾਜ ਇਹਦਾ ਭਲਾ ਕਰ, ਇਹ ਦੁੱਖ ਇਹਨੂੰ ਨਾ ਆਵੇ, ਇਹਦਾ ਦੁੱਖ ਕੱਟਿਆ ਜਾਵੇ, ਜਾਂ ਜੇ ਇਹਦੀ ਥਾਂ ਤੇ ਮੈਂ ਹੋਵਾਂ ਮੇਰਾ ਕੀ ਹਾਲ ਹੋਵੇ। ਉਹ ਪਿਤਾ ਨੇ ਸਿਖਾਉਣ ਵਾਸਤੇ ਬੱਚੇ ਨੂੰ ਸਮਝਾਇਆ, ਪੁੱਤਰ ਜਦੋਂ ਦਿਲ ਦਿਖਾ ਕੇ ਆਏ ਐਸ ਫੱਟੀ ਦੇ ਵਿੱਚ ਇੱਕ ਕਿੱਲ ਠੋਕ ਦੇਣਾ। 2 4 6 ਮਹੀਨੇ ਲੰਘੇ, ਫੱਟੀ ਸਾਰੀ ਦੀ ਸਾਰੀ ਭਰ ਗਈ ਕਿੱਲਾਂ ਦੇ ਨਾਲ। ਫੇਰ ਪਿਤਾ ਕਹਿਣ ਲੱਗਾ, ਪੁੱਤਰ ਅੱਜ ਤੋਂ ਬਾਅਦ ਤੂੰ ਆਪਣਾ ਸੁਭਾਅ ਬਦਲ ਲੈਣਾ ਹੈ, ਰੋਜ਼ ਕਿਸੇ ਦੀ ਮਦਦ ਕਰਕੇ ਆਣੀ ਹੈ, ਕਿਸੇ ਨੂੰ ਖੁਸ਼ ਕਰਕੇ ਆਣਾ ਹੈ, ਤੇ ਜਦੋਂ ਖੁਸ਼ ਕਰਕੇ ਆਵੇਂ ਤੇ ਇੱਕ ਕਿੱਲ ਪੱਟ ਲਈ। ਕਿੱਲ ਠੋਕਣ ਦੇ ਨਾਲੋਂ ਕਿੱਲ ਪੱਟਣ ਵਾਲੇ ਕੰਮ ਤੇ ਸਮਾਂ ਜ਼ਿਆਦਾ ਲੱਗਾ, 1.5-2 ਸਾਲ ਬਤੀਤ ਹੋ ਗਏ। ਪਰ ਅਖੀਰ ਇੱਕ ਸਮਾਂ ਆਇਆ ਜਦੋਂ ਉਹ ਫੱਟੀ ਦੇ ਵਿੱਚੋਂ ਕਿੱਲ ਪੱਟੇ ਗਏ। ਹੁਣ ਪਿਤਾ ਸਿਆਣਾ ਸੀ, ਉਹਨੇ ਪੁੱਤਰ ਨੂੰ ਕੋਲ ਸੱਦਿਆ, ਕਹਿਣ ਲੱਗਾ, ਪੁੱਤ ਵੇ ਇਸ ਫੱਟੀ ਨੂੰ ਧਿਆਨ ਨਾਲ ਵੇਖ, ਤੈਨੂੰ ਕੋਈ ਸਮਝ ਪਈ? ਕਹਿਣ ਲੱਗਾ, ਪਿਤਾ ਜੀ ਬਿਲਕੁਲ ਨਹੀਂ। ਕਹਿੰਦਾ, ਮੈਂ ਸਮਝਾਉਣਾ ਤੈਨੂੰ। ਜਦੋਂ ਤੂੰ ਕਿਸੇ ਦਾ ਦਿਲ ਤੋੜਿਆ ਤੇ ਆਪਾਂ ਇੱਥੇ ਫੱਟੀ ਵਿੱਚ ਇੱਕ ਕਿੱਲ ਠੋਕਿਆ, ਜਦੋਂ ਤੂੰ ਕਿਸੇ ਨੂੰ ਖੁਸ਼ ਕਰਕੇ ਆਇਆ, ਚੰਗਾ ਕਰਕੇ ਆਇਆ, ਕਿੱਲ ਪੁੱਟ ਲਿਆ। ਪਰ ਕਹਿਣ ਲੱਗੇ, ਜਿਹੜੀ ਥਾਂ ਦੇ ਉੱਤੇ ਕਿੱਲ ਠੋਕਿਆ, ਕਿੱਲ ਤੇ ਪੁੱਟਿਆ ਗਿਆ ਏ, ਪਰ ਉਹਦਾ ਨਿਸ਼ਾਨ ਅਜੇ ਵੀ ਬਾਕੀ ਹੈ।
ਉਹਦਾ ਨਿਸ਼ਾਨ ਅਜੇ ਵੀ ਜਿਉਂ ਦਾ ਤਿਉਂ ਹੈ। ਇਸੇ ਵਾਸਤੇ ਭੁੱਲ ਕੇ ਵੀ ਸਾਧ ਸੰਗਤ ਰੱਬ ਦਿਲਾਂ ਵਿੱਚ ਰਹਿੰਦਾ ਹੈ। ਇੱਕ ਫਿੱਕਾ ਨਾ ਗਾ ਲਾਏ ਸਭਨਾ ਮੈਂ ਸੱਚਾ ਧਣੀ। ਸਾਰਿਆਂ ਦੇ ਵਿੱਚ, ਸਾਰਿਆਂ ਹਿਰਦਿਆਂ ਦੇ ਵਿੱਚ ਰੱਬ ਰਹਿੰਦਾ। ਦਿਲ ਨਾ ਤੋੜਿਆ ਕਰ ਕਿਸੇ ਦਾ, ਦਿਲ ਨਾ ਦੁਖਾਇਆ ਕਰ ਕਿਸੇ ਦਾ। ਜਿਨ੍ਹਾਂ ਮਹਾਂਪੁਰਖਾਂ ਦੀ, ਜਿਨ੍ਹਾਂ ਪ੍ਰੋਫੈਸਰਾਂ ਦੀ ਸੰਗਤ ਵਿੱਚ ਮੈਂ ਰਿਹਾ ਨਾ, ਉਹ ਬੜੀ ਵਧੀਆ ਉਦਾਹਰਨ ਦਿੰਦੇ ਸੀ। ਕਹਿੰਦੇ ਤੰਦੂਰ ਦੇ ਕੋਲ ਬੰਦਾ ਉਦੋਂ ਹੀ ਜਾਂਦਾ ਜਦੋਂ ਮਤਲਬ ਹੈ। ਉਨੀ ਦੇਰ ਹੀ ਤੰਦੂਰ ਵਿੱਚ ਹੱਥ ਪਾਉਂਦਾ, ਰੋਟੀ ਲਾਈ, ਹੱਥ ਬਾਹਰ ਕੱਢ ਲਿਆ। ਤੰਦੂਰ ਸਮਝਦੇ ਹੋ ਨਾ? ਉਸ ਤੋਂ ਬਾਅਦ ਬੰਦਾ ਉਹਦੇ ਕੋਲ ਨਹੀਂ ਜਾਂਦਾ, ਨਾ ਉਹਦੇ ਕੋਲ ਖਲੋਂਦਾ। ਪਰ ਕਹਿਣ ਲੱਗੇ ਗਰਮੀਆਂ ਦੇ ਦਿਨਾਂ ਵਿੱਚ ਠੰਡੀ ਥਾਂ ਤੇ ਬੰਦਾ ਪੈਸੇ ਖਰਚ ਕਰਕੇ ਵੀ ਜਾਂਦਾ। ਤੰਦੂਰ ਇੱਥੇ ਕੀ ਹੈ? ਬੰਦੇ ਦਾ ਸੁਭਾਅ। ਕੌੜੇ ਸੁਭਾਅ ਵਾਲੇ ਤੇ ਤੁਸੀਂ ਹੈਰਾਨਗੀ ਵੇਖੋ ਵੀ ਬੰਦਾ ਆਪਣੇ ਮੂੰਹ ਐਡਮਿਟ ਕਰਦਾ ਇਸ ਗੱਲ ਨੂੰ, ਬਾਬਾ ਜੀ ਤੁਸੀਂ ਮੈਨੂੰ ਜਾਣਦੇ ਨਹੀਂ, ਮੇਰਾ ਸੁਭਾਅ ਬੜਾ ਭੈੜਾ ਹੈ। ਆਪਣੇ ਮੂੰਹ ਇਹ ਗੱਲ ਕਹਿੰਦਾ। ਵਾਪਸ ਆ ਜਾਈਏ, ਜਿਹੜੀ ਮੈਂ ਇਤਿਹਾਸ ਦੇ ਪੰਨੇ ਵਿੱਚੋਂ ਇੱਕ ਬੇਨਤੀ ਕਰ ਰਿਹਾ ਸਾਂ। ਬੀਬੀ ਪਾਠ ਕਰਦੀ ਪਈ ਹੈ, ਗੁਰੂ ਰੂਪ ਸਾਧ ਸੰਗਤ, ਮੈਂ ਐਡਮਿਟ ਕਰਦਾ ਆਪਣੀ ਗਲਤੀ ਨੂੰ ਤੇ ਖੁੱਲੇ ਦਿਲ ਨਾਲ ਕਰਦਾ। ਪਤਾ ਨਹੀਂ ਅੱਜ ਸਾਡੇ ਕਹਿਣ ਵਾਲਿਆਂ ਦੇ ਵਿੱਚ ਘਾਟ ਹੈ ਕਿ ਸਰੋਤ ਦਾ ਪੱਧਰ ਵੈਸਾ ਨਹੀਂ ਰਿਹਾ। ਕਿੱਡੀ ਕੁ ਸੁਰਤ ਜੁੜੀ ਹੋਵੇਗੀ ਬੀਬੀ ਅਮਰੋ ਦੀ, ਤੇ ਕਿੱਡਾ ਕੁ ਸੁਣਨ ਵਾਲਾ ਇਕਾਗਰ ਹੋਵੇਗਾ ਕਿ ਸੁਣਨ ਵਾਲਾ ਗੁਰੂ ਨਾਨਕ ਦਾ ਰੱਬ ਦਾ ਰੂਪ ਹੋ ਗਿਆ। ਸਾਨੂੰ ਦੋਵਾਂ ਧਿਰਾਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਧਾਰਮਿਕ ਨਜ਼ਰੀਏ ਤੋਂ ਕਿ ਅੱਜ ਨੁਕਸ ਫਾਲਟ ਕਿੱਥੇ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਕਹਿੰਦੇ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋ ਨਾ ਸਕੈ ਕਾਲ। ਜੇ ਗੁਰੂ ਦੇ ਬਚਨ ਭਾਈ ਤੂੰ ਸੁਣ ਲਏ ਤੇ ਕਾਲ ਵੀ ਤੇਰੇ ਨੇੜੇ ਨਹੀਂ ਆਏਗਾ। ਐਸੀ ਉੱਚੀ ਅਵਸਥਾ, ਐਸੀ ਸੁਣਨ ਦਾ ਮਹਾਤਮ, ਐਸੀ ਸੁਣਨ ਵਾਲੇ ਉੱਤੇ ਕਿਰਪਾ। 4 ਪੌੜੀਆਂ ਲਗਾਤਾਰ ਬਖਸ਼ਿਸ਼ ਕੀਤੀਆਂ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਤਾਲਾ। ਸੁਣਿਆ ਦੇ ਅਖਰੀ ਅਰਥ ਨੇ ਜੇ ਗੁਰੂ ਦੇ ਬਚਨ ਨੂੰ ਮਨ ਕਰਕੇ ਸੁਣ ਲਵੇਂ ਤਾਂ। ਅੱਗੇ ਚੱਲੀਏ। ਨੂੰਹ ਰਾਣੀ ਦੇ ਕੋਲ ਆਏ ਸ਼ਬਦ ਜਿਉਂ ਜਿਉਂ ਸਰਵਣ ਕੀਤਾ, ਹਿਰਦਾ ਵਿੰਨਿਆ ਗਿਆ, ਦਰਵ ਗਿਆ, ਅੱਖਾਂ ਵਿੱਚੋਂ ਨੀਰ ਵਹਿ ਟੁਰਿਆ। ਇਹ ਬਿਲਕੁਲ ਮੇਰੇ ਜੀਵਨ ਦੀ ਕਹਾਣੀ ਕਰਨੀ, ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ, ਇਹ ਰਹਾਉ ਵਾਲਾ ਬੰਦ ਹੈ। ਚਿਤ ਚੇਤਸ ਕੀ ਨੇ ਬਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਹਜ਼ੂਰ ਅਖੀਰ ਦੇ ਵਿੱਚ ਜਾ ਕੇ ਬਖਸ਼ਿਸ਼ ਕਰਦੇ, ਭਇਆ ਮਨੂਰ ਕੰਚਨ ਫਿਰ ਹੋਵੇ। ਕਈ ਵਾਰੀ ਗੁਰਮੁਖ ਪਿਆਰੇ ਹੁਕਮਨਾਮਾ ਲੈਣ ਤੋਂ ਪਹਿਲਾਂ ਇਹ ਸ਼ਬਦ ਪੜ੍ਹਦੇ ਨੇ, ਕੱਚੋ ਕੰਚਨ ਭਇਓ। ਜਿਹੜਾ ਇੱਥੇ ਲਫ਼ਜ਼ ਹੈ ਭਇਆ ਮਨੂਰ, ਮਨੂਰ ਦੇ ਅਖਰੀ ਅਰਥ ਨੇ ਯੂਜ਼ਲੈਸ, ਜਿਹੜਾ ਕਿਸੇ ਕੰਮ ਦਾ ਨਹੀਂ ਰਹਿ ਗਿਆ। ਕੰਚਨ ਕਹਿੰਦੇ ਨੇ ਸੋਨੇ ਨੂੰ, ਉਹ ਦੁਬਾਰਾ ਸੋਨੇ ਵਰਗਾ ਹੋ ਗਿਆ, ਉਹਦਾ ਜੀਵਨ ਪਾਕ ਪਵਿੱਤਰ ਬਣ ਗਿਆ। ਕਦੋਂ? ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਪੁੱਤ ਇਹ ਕਿਹਦੀ ਬਾਣੀ ਪੜ੍ਹਦੀ ਪਈ ਹੈ? ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ। ਕਿੱਥੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ? ਕਹਿਣ ਲੱਗੇ ਉਹਨਾਂ ਦੀ ਗੱਦੀ ਉੱਤੇ ਅੱਜ ਕੱਲ੍ਹ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਸੁਭਾਏਮਾਨ ਨੇ। ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਨੇ। ਉਸ ਦਿਨ ਤੋਂ ਬਾਅਦ 14 ਸਾਲ ਲਗਾਤਾਰ ਮੋਢੇ ਦੇ ਉੱਤੇ ਗਾਗਰ ਰੱਖ ਕੇ ਬਗੈਰ ਨਾਗੇ ਤੋਂ ਇਤਿਹਾਸਕਾਰ ਦੱਸਦੇ ਨੇ ਇੱਕ ਲੰਮੇਰਾ ਪੈਂਡਾ ਤੈਅ ਕਰਕੇ ਪਾਣੀ ਲਿਆਉਣਾ ਤੇ ਆ ਕੇ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਵਾਉਣਾ। ਰਿਸ਼ਤੇ ਦੇ ਵਿੱਚ ਕੁੜਮਾਚਾਰੀ ਹੈ। ਸੁਣਿਆ ਜੇ ਬੇਨਤੀ ਨੂੰ? ਉਮਰ ਕਰਕੇ ਕਿੰਨੇ ਵੱਡੇ ਨੇ ਬਾਬਾ ਅਮਰਦਾਸ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ
ਕਿ ਜਿਹੜੀ ਕਿਰਪਾ ਦੇ ਪਾਤਰ ਗੁਰੂ ਅੰਗਦ ਦੇਵ ਬਣੇ ਨੇ, ਉਹ ਕਿਰਪਾ ਸੰਸਾਰ ਦੇ ਵਿੱਚ ਕਿਸੇ ਟਾਵੇਂ ਦੇ ਹਿੱਸੇ ਆਉਂਦੀ ਹੈ। ਤੇ ਉਹ ਬਾਬਾ ਅਮਰਦਾਸ ਸੰਸਾਰ ਦੇ ਸਨਮੁਖ ਖਲੋ ਕੇ ਇਹ ਗੱਲ ਕਹਿੰਦਾ, ਉਹ ਦੁਨੀਆ ਦੇ ਲੋਗੋ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਉਹ ਬਾਬਾ ਅਮਰਦਾਸ ਸੰਸਾਰ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ, ਜਿਹੜਾ ਸੁੱਖ ਗੁਰੂ ਦੇ ਚਰਨਾਂ ਵਿੱਚ ਹੈ ਉਹ ਦੁਨੀਆ 'ਚ ਕਿਤੇ ਨਹੀਂ ਹੈਗਾ। ਜਿਹੜਾ ਮਨੁੱਖ ਗੁਰੂ ਦੇ ਵਿਖਾਏ ਰਾਹ ਉੱਤੇ ਟੁਰਦਾ ਹੈ, ਉਹ ਗੁਰੂ ਦੀ ਕਿਰਪਾ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਤੇ ਗੁਰੂ ਰੂਪ ਸਾਧ ਸੰਗਤ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਤੇ ਬਾਬੇ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਸਾਡੇ ਵਾਸਤੇ ਇਸ ਪੱਖੋਂ ਕਿ ਅਸੀਂ ਕੋਈ ਬਹਾਨਾ ਨਾ ਲਾ ਸਕੀਏ। ਜੇ ਕੋਈ ਕਹਿੰਦਾ ਵੀ ਮੇਰੀ ਉਮਰ ਛੋਟੀ ਹੈ ਤੇ ਕਹਿਣ ਲੱਗੇ ਖਿਆਲ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਲੈ ਆਓ। ਆਪਾਂ ਪੜ੍ਹਦੇ ਹਾਂ ਨਾ ਰੋਜ਼ ਅਰਦਾਸ ਦੇ ਵਿੱਚ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਤ ਡਿਠੈ ਸਭ ਦੁੱਖ ਜਾਏ। 5 ਸਾਲ 3 ਮਹੀਨਿਆਂ ਦੀ ਉਮਰ ਦੇ ਵਿੱਚ ਗੁਰਗੱਦੀ ਦੇ ਉੱਤੇ ਸੁਭਾਏਮਾਨ ਹੋ ਜਾਣਾ, ਇਹਦੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ। ਤੇ ਦੂਜੇ ਪਾਸੇ 74 ਸਾਲਾਂ ਦੀ ਉਮਰ ਵਿੱਚ ਗੁਰਗੱਦੀ ਦੀ ਬਖਸ਼ਿਸ਼ ਬਾਬੇ ਅਮਰਦਾਸ ਦੇ ਉੱਤੇ ਹੋਣੀ ਆਪਣੇ ਆਪ ਦੇ ਵਿੱਚ ਕਰਾਮਾਤ ਹੈ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮੇਰਾਂ ਦੇ ਸਾਈਂ ਅੱਜ ਆਪ ਕਿਰਪਾ ਬਖਸ਼ਿਸ਼ ਕਰ ਰਹੇ ਨੇ। ਭਾਈ ਦੂਜੇ ਭਾਏ ਬਿਲਾਵਲ ਨਾ ਹੋਵਈ, ਦੂਜੇ ਭਾ ਦੇ ਅਖਰੀ ਅਰਥ ਨੇ ਗੁਰੂ ਦੇ ਵਿਖਾਏ ਰਾਹ ਨੂੰ ਛੱਡ ਕੇ ਜੇ ਕੋਈ ਮਨੁੱਖ ਸੋਚਦਾ ਹੈ ਕਿ ਮੈਂ ਆਤਮਿਕ ਆਨੰਦ ਪ੍ਰਾਪਤ ਕਰ ਲਾਂਗਾ, ਬਿਲਾਵਲ ਨਾ ਹੋਵਈ, ਆਤਮਿਕ ਆਨੰਦ ਸਦੀਵੀ ਖੇੜਾ ਨਹੀਂ ਪ੍ਰਾਪਤ ਹੋ ਸਕਦਾ। ਮਨ ਮੁਖ ਥਾਏ ਨਾ ਪਾਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਪੈ ਕਰਦੇ ਨੇ। ਮਨਮੁਖ ਬੰਦੇ ਨੂੰ ਮਾਲਕ ਦੇ ਚਰਨਾਂ ਦੇ ਵਿੱਚ ਢੋਈ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਮਨਮੁਖ ਦੀ ਪਰਿਭਾਸ਼ਾ ਆਈ ਹੈ, ਦੇਂਦੇ ਥਾਮੋਂ ਦਿੱਤਾ ਚੰਗਾ, ਇਹਦੇ ਅਖਰੀ ਅਰਥ ਨੇ ਦੇਂਦੇ ਥਾਮੋਂ ਦੇਣ ਵਾਲੇ ਦੇ ਨਾਲੋਂ ਜੋ ਮਿਲਿਆ ਉਹ ਸਾਨੂੰ ਚੰਗਾ ਲੱਗਦਾ ਹੈ। ਸਰੀਰ ਮਿਲਿਆ ਚੰਗਾ ਲੱਗਦਾ, ਪਰਿਵਾਰ ਮਿਲਿਆ ਚੰਗਾ ਲੱਗਦਾ, 4 ਛਿੱਲੜ ਮਿਲੇ ਨੇ ਚੰਗੇ ਲੱਗਦੇ ਨੇ। ਹਜ਼ੂਰ ਕਹਿਣ ਲੱਗੇ ਜੋ ਮਿਲਿਆ ਉਹਨੂੰ ਵੇਖ ਕੇ ਬੰਦਾ ਖੁਸ਼ ਹੋਈ ਜਾਂਦਾ, ਉਹਦੇ ਗੀਤ ਗਾਈ ਜਾਂਦਾ। ਮੇਰਾ ਕਾਰੋਬਾਰ ਐਡਾ ਹੈ, ਇੰਨੇ ਬੰਦੇ ਮੇਰੇ ਥੱਲੇ ਕੰਮ ਕਰਦੇ ਨੇ, ਇੰਨੇ ਪੈਸੇ ਨੇ ਮੇਰੇ ਕੋਲ, ਇੰਨਾ ਬੈਂਕ ਬੈਲੈਂਸ। ਪਰ ਕਹਿਣ ਲੱਗੇ ਜਿਹੜਾ ਦੇਣ ਵਾਲਾ ਉਹਨੂੰ ਭੁੱਲ ਹੀ ਜਾਂਦਾ ਹੈ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਇਹ ਮਨਮੁਖ ਬੰਦੇ ਦੀ ਪਰਿਭਾਸ਼ਾ ਹੈ। ਪਾਖੰਡ ਭਗਤ ਨਾ ਹੋਵਈ। ਪਖੰਡ ਦੇ ਅਖਰੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਕੀਤੇ ਨੇ ਕਿ ਜਿਨ੍ਹਾਂ ਦੀ ਜ਼ਬਾਨ ਤੇ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਹੈ। ਸੋਚਦੇ ਕੁਝ ਹੋਰ ਨੇ, ਬੋਲਦੇ ਕੁਝ ਹੋਰ ਨੇ, ਕਰਦੇ ਕੁਝ ਹੋਰ ਨੇ। ਦਿਲੋਂ ਮੁਹੱਬਤ ਜਿਨ ਸੇਈ ਸਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਉਹ ਭਾਈ ਕੱਚੇ ਨੇ ਜਿਨ੍ਹਾਂ ਦੇ ਅੰਦਰ ਕੁਝ ਹੋਰ ਚੱਲਦਾ ਪਿਆ। ਹਾਂ, ਇੱਕ ਗੱਲ ਗੁਰੂ ਗ੍ਰੰਥ ਸਾਹਿਬ ਨੇ ਜ਼ਰੂਰ ਕਹੀ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਵੀ ਕੋਈ ਜ਼ਰੂਰੀ ਨਹੀਂ ਵੀ ਬਾਹਰੋਂ ਉਹ ਬੜੇ ਖੂਬਸੂਰਤ ਦਿਸਦੇ ਹੋਣ, ਪਰ ਜੇ ਅੰਦਰ ਸ਼ੁਭ ਗੁਣ ਨੇ, ਅੰਦਰ ਪਵਿੱਤਰਤਾ ਹੈ, ਉਹ ਫੇਰ ਵੀ ਭਲੇ ਨੇ, ਉਹ ਫੇਰ ਵੀ ਚੰਗੇ ਨੇ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਣਾ, ਜੋ ਘਟ ਪੀਤਰ ਹੈ ਮਲਨਾ ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਾਲ ਮਾਲਕ ਦੇ ਚਰਨਾਂ ਵਿੱਚ ਪ੍ਰਵਾਨਗੀ ਨਹੀਂ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ। ਮਾਲਕ ਦੀ ਅਭੇਦਤਾ ਭਾਈ ਸਜਣਾ ਹਾਸਲ ਨਹੀਂ ਹੋ ਸਕਦੀ। ਮਨ ਹਠ ਕਰਮ ਕਮਾਵਣੇ,
ਥਾਏ ਨਾ ਕੋਈ ਪਾਏ। ਮਨ ਦਾ ਹੱਠ ਕਰਕੇ ਜੇ ਕੋਈ ਮਨੁੱਖ ਸੋਚਦਾ ਹੈ ਕਿ ਮੈਂ ਮਾਲਕ ਨੂੰ ਰਿਝਾ ਲਾਂਗਾ, ਹਜ਼ੂਰ ਕਹਿਣ ਲੱਗੇ ਇਹ ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਦਾ ਸੰਕਲਪ ਹੈ। ਉਹਦੇ ਚਰਨਾਂ ਵਿੱਚ ਥਾਂ ਤੇਰੀ ਆਪਣੀ ਮਰਜ਼ੀ ਨਾਲ ਨਹੀਂ, ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਣੀ ਹੈ। ਮਨ ਹੱਠ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਹਜ਼ੂਰ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਮਨ ਦੇ ਹੱਠ ਦੇ ਨਾਲ ਮਾਲਕ ਦੇ ਚਰਨਾਂ ਵਿੱਚ ਥਾਂ ਨਹੀਂ। ਨਾਨਕ ਗੁਰਮੁਖ ਆਪ ਵਿਚਾਰੀਐ। ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਪਿਆ ਕਰਦੇ ਨੇ, ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ, ਉਹ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਉਹ ਆਪਣੇ ਆਪ ਨਾਲ ਇਸ ਗੱਲ ਦੀ ਵਿਚਾਰ ਕਰਦਾ ਹੈ। ਵਿੱਚੋਂ ਆਪ ਗਵਾਏ ਕਿ ਮੇਰੇ ਅੰਦਰੋਂ ਵਿਕਾਰ ਕਿਵੇਂ ਖਤਮ ਹੋਣੇ ਨੇ, ਮੇਰੇ ਅੰਦਰੋਂ ਹਉਮੈ ਕਿਵੇਂ ਜਾਣੀ ਹੈ, ਮੇਰਾ ਅਹੰਕਾਰ ਕਿਵੇਂ ਦੂਰ ਹੋਣਾ ਹੈ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਮਨੁੱਖ ਦੇ ਆਪਣੇ ਆਪੇ ਦਾ ਬਦਲਾਓ ਹੀ ਪਰਮੇਸ਼ਰ ਦੀ ਅਭੇਦਤਾ ਦਾ ਵਸੀਲਾ ਹੈ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ। ਜੰਮਣ ਮਰਨਾ ਕਟਿਆ, ਜੋਤੀ ਜੋਤ ਮਿਲਾਏ। ਹਜ਼ੂਰ ਕਹਿੰਦੇ ਨੇ ਬੰਦਾ ਜਿਨ੍ਹਾਂ ਭਵਾਟਣੀਆਂ ਦੇ ਵਿੱਚ ਪਿਆ ਹੋਇਆ ਉਹ ਜੰਮਣ ਮਰਨ ਨੂੰ ਕੱਟ ਲੈਂਦਾ, ਗੁਰੂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ। ਦੂਜਾ ਸ਼ਲੋਕ, ਬਿਲਾਵਲ ਕਰੋ ਤੁਮ ਪਿਆਰਿਓ, ਇਕ ਸਿਉ ਲੇਵ ਲਾਏ। ਆਤਮਕ ਆਨੰਦ ਭਾਈ ਮਿਲ ਸਕਦਾ ਹੈ ਜਦੋਂ ਕੋਈ ਇੱਕ ਦੇ ਨਾਲ ਆਪਣੀ ਲਿਵ ਜੋੜ ਲੈਂਦਾ, ਆਪਣਾ ਧਿਆਨ ਲਾ ਲੈਂਦਾ। ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ, ਕਬੀਰ ਸੂਖ ਨਾ ਇਹ ਜੁਗ, ਕਰੈ ਜੋ ਬਹੁਤੇ ਮੀਤ। ਜੋ ਚਿਤ ਰਾਖੈ ਏਕ ਸਿਉ, ਤੇ ਸੁਖ ਪਾਵੈ ਨੀਤ। ਕਹਿਣ ਲੱਗੇ ਜਿਹੜੇ ਇੱਕ ਨਾਲ ਚਿੱਤ ਜੋੜ ਕੇ ਰੱਖਦੇ ਨੇ, ਮਾਲਕ ਸਦੀਵੀ ਸੁੱਖ ਉਹਨਾਂ ਦੀ ਝੋਲੀ ਵਿੱਚ ਪਾਉਂਦਾ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਸਤ ਸੰਗਤੀ ਬੈ ਭਾਉ ਕਰ, ਸਦਾ ਹਰ ਕੇ ਗੁਣ ਗਾਏ। ਗੁਰੂ ਦਰਬਾਰ ਦੇ ਵਿੱਚ ਸੰਗਤ ਦੇ ਵਿੱਚ ਬਹਿ ਕੇ ਜਦੋਂ ਭਾਈ ਤੂੰ ਉਸ ਮਾਲਕ ਦੀ ਸਿਫਤੋ ਸਲਾਹ ਕਰਦਾ, ਉਹਦੇ ਗੀਤ ਗਾਉਂਦਾ ਹੈ ਤੇ ਆਪਣੇ ਆਪ ਨਾਲ ਆਪਣੇ ਅੰਦਰ ਨਾਲ ਗੱਲਾਂ ਕਰਦਾ ਹੈ, ਤੇ ਭਾਈ ਤੇਰੀ ਸਾਂਝ ਮਾਲਕ ਦੇ ਨਾਲ ਬਣ ਆਉਂਦੀ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਪਿਆ ਕਰਦੇ ਜੇ, ਉਹ ਮਨੁੱਖ ਸੋਹਣੇ ਨੇ, ਖੂਬਸੂਰਤ ਨੇ, ਮਾਲਕ ਦੇ ਦਰ ਤੇ ਪ੍ਰਵਾਨ ਨੇ, ਜਿਹੜੇ ਆਪਣਾ ਧਿਆਨ ਗੁਰੂ ਸ਼ਬਦ ਨਾਲ ਜੋੜ ਕੇ ਰੱਬੀ ਮਿਲਾਪ ਦੀ ਤਾਂਗ ਰੱਖਦੇ ਨੇ। ਅੱਗੇ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਹੋਈ ਹੈ, ਸਭਨਾ ਜੀਆਂ ਵਿੱਚ ਹਰ ਆਪ, ਸੋ ਭਗਤਾਂ ਕਾ ਮਿੱਤ ਹਰ। ਸੰਸਾਰ ਦੇ ਸਾਰੇ ਜੀਵਾਂ ਦੇ ਵਿੱਚ ਵਸਣ ਵਾਲਾ ਉਹ ਮਾਲਕ ਆਪ ਹੈ ਤੇ ਭਗਤਾਂ ਦਾ ਉਹ ਅਨਨ ਮਿੱਤਰ ਹੈ। ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਸਾਰੇ ਦਾ ਸਾਰਾ ਕੰਟਰੋਲ ਮਾਲਕ ਦੇ ਕੋਲ ਹੈ, ਤੇ ਜਿਹੜੇ ਭਗਤ ਜਨ ਨੇ ਉਹਨਾਂ ਦੇ ਬਾਬਤ ਅੱਗੇ ਪੰਕਤੀ ਹੈ, ਹਰ ਭਗਤਾਂ ਕਾ ਮੇਲੀ, ਸਰਬੱਤ ਸੋ ਨਿਸਲ ਜਨ ਟੰਗ ਧਰ। ਜਿਵੇਂ ਆਪਾਂ ਪੰਜਾਬੀ ਬੋਲਦੇ ਹਾਂ, ਗੱਲਬਾਤ ਨਹੀਂ ਕਰਦੇ ਵੀ ਕਿਵੇਂ ਲੱਤਾਂ ਤੇ ਲੱਤਾਂ ਰੱਖ ਕੇ ਬੈਠਾ ਹੋਇਆ, ਤੈਨੂੰ ਕੋਈ ਫਿਕਰ ਨਹੀਂ ਹੈਗਾ। ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਰੱਬ ਨੇ ਭਗਤਾਂ ਨੂੰ ਇਸ ਗੱਲ ਦਾ ਪਤਾ ਹੈ, ਸਾਡੀ ਟੈਨਸ਼ਨ ਤੇ ਸਾਡਾ ਫਿਕਰ ਕਰਨ ਵਾਲਾ ਰੱਬ ਹੈ। ਉਹ ਫੇਰ ਲੱਤ ਤੇ ਲੱਤ ਰੱਖ ਕੇ ਬਹਿੰਦੇ ਨੇ, ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ। ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦਾ ਖਸਮ ਮਾਲਕ ਹੈ, ਤੇ ਜਿਹੜੇ ਭਗਤ ਨੇ ਉਹਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ। ਅਖੀਰਲੀ ਪੰਕਤੀ, ਤੁਧ ਅਪੜ ਕੋਏ ਨਾ ਸਕੈ,
ਸਭ ਝੱਖ ਝੱਖ ਪਵੈ ਝੜ। ਤੁਧ ਅੱਪੜ ਕੋਏ ਨਾ ਸਕੈ ਦੇ ਅਖਰੀ ਅਰਥ ਨੇ ਕਿ ਜੇ ਕੋਈ ਬੰਦਾ ਆਖੇ ਮੈਂ ਮੁਕੰਮਲ ਰੂਪ ਦੇ ਵਿੱਚ ਰੱਬ ਨੂੰ ਜਾਣ ਲਾਂਗਾ, ਤੇ ਹਜ਼ੂਰ ਜਪਜੀ ਸਾਹਿਬ ਦੇ ਵਿੱਚ ਇਹ ਕਿਰਪਾ ਬਖਸ਼ਿਸ਼ ਕਰਦੇ ਨੇ। ਪਾਠ ਤੁਹਾਨੂੰ ਯਾਦ ਹੈ, ਸਾਰੇ ਕਿਰਪਾ ਕਰਿਆ ਜੇ। ਅੰਤ ਨਾ ਸਿਫਤੀ ਅੰਤ ਨਾ ਕਰਨੈ, ਦੇਨ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ। ਹਜ਼ੂਰ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਬਿਲਾਵਲ ਦੀ ਇਹ ਵਾਰ, ਜਿਸ ਦੀ ਪੌੜੀ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ। ਦੂਜੀ ਪੌੜੀ ਤੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਕਰਨ ਦਾ ਅੱਜ ਨਿਮਾਣਾ ਜਾਂ ਯਤਨ ਕੀਤਾ। ਪਿਛਲੀਆਂ 5 ਵੀਕਾਂ ਤੋਂ ਗੁਰੂ ਰੂਪ ਸਾਧ ਸੰਗਤ ਆਪ ਸੰਗਤ ਦੇ ਗੁਰਮਤ ਵਿਚਾਰਾਂ ਦੇ ਰਾਹੀਂ ਜੋੜੇ ਝਾੜਨ ਦਾ ਯਤਨ ਕੀਤਾ। ਬਹੁਤ ਮਾਨ ਸਤਿਕਾਰ ਬਖਸ਼ਿਸ਼ ਕੀਤਾ ਸਾਰੀ ਸੰਗਤ ਨੇ। ਗੁਰੂ ਰੂਪ ਸਾਧ ਸੰਗਤ ਵਿਚਾਰਾਂ ਕਰਦਿਆਂ ਕੋਈ ਅੱਖਰ ਉੱਚਾ ਨੀਵਾਂ ਮੇਰੇ ਕੋਲੋਂ ਨਿਕਲ ਗਿਆ ਹੋਵੇ, ਭਾਈ ਉਹ ਮੇਰੀ ਝੋਲੀ 'ਚ ਪਾ ਦਿਆ ਜੀ। ਬਚਨ ਗੁਰੂ ਕੇ ਜਾਣ ਕੇ ਹਿਰਦਿਆਂ 'ਚ ਵਸਾ ਲੈਣੇ। ਅੱਜ ਦੁਪਹਿਰ ਦਾ ਦੀਵਾਨ ਹੈ, ਉਸ ਤੋਂ ਬਾਅਦ ਦਾਸ ਨੇ ਫਿਰ ਘਰ ਚਲੇ ਜਾਣਾ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ। ਗੁਰਫਤਿਹ ਦੀ ਸਾਂਝ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ। ਸਭ ਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਨ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਣ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮੇ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਕਰ ਚਾਨ ਸੁਖ ਮਨਾਏ ਵਸਿਆ, ਜੇ ਨਿਛਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁ ਜਨ ਕੋ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਚਲੋ ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੇ ਨਾਮ ਧਿਆਇਆ, ਗਏ ਮਚਕਤ ਕਾਲ। ਨਾਨਕ ਤੇ ਮੁਖ ਊਜਲੇ, ਕੇਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ, ਗਏ ਮਚਕਤ ਕਾਲ। ਨਾਨਕ ਤੇ ਮੁਖ ਊਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,